ਪ੍ਰਾਈਮ ਟਾਈਮ ਦੇ ਵਿੱਚ ਅੱਜ ਜ਼ਿਕਰ ਤੇ ਗੱਲ ਜਿਸ ਤਰੀਕੇ ਨਾਲ ਸੂਬੇ ਦੇ ਵਿੱਚ ਇਸ ਸਮੇਂ ਜਲੰਧਰ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਦਲ ਬਦਲ ਤੇਜ਼ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਅੱਜ ਸ਼ੁਰੂਆਤ ਇੱਥੋਂ ਹੀ ਕਰਨ ਜਾ ਰਹੇ ਹਾਂ। ਜੀ ਹਾਂ, ਅੱਜ ਤੱਕ ਬੀਜੇਪੀ ਅਤੇ ਅਕਾਲੀ ਦਲ ਨੇ ਆਪਣਾ ਉਮੀਦਵਾਰ ਨਹੀਂ ਐਲਾਨਿਆ, ਪਰ ਇਸ ਵਿਚਾਲੇ ਬੀਜੇਪੀ ਦੇ ਵਿੱਚ ਇੱਕ ਆਗੂ ਦੀ ਐਂਟਰੀ ਖੂਬ ਚਰਚਾ ਦੇ ਵਿੱਚ ਹੈ। ਜਲੰਧਰ ਜ਼ਿਮਨੀ ਚੋਣ ਜਿਵੇਂ ਜਿਵੇਂ ਨੇੜੇ ਆ ਰਹੀ ਹੈ, ਉਵੇਂ ਹੀ ਸਿਆਸੀ ਢਾਹਪਨ ਦਾ ਸਿਲਸਿਲਾ ਵੀ ਜ਼ੋਰ ਫੜਦਾ ਦਿਖ ਰਿਹਾ ਹੈ। ਬੀਤੇ ਦਿਨੀ ਸਾਬਕਾ ਕਾਂਗਰਸੀ ਵਿਧਾਇਕ ਰਿੰਕੂ ਆਮ ਆਦਮੀ ਪਾਰਟੀ ਸ਼ਾਮਲ ਹੋਏ, ਟਿਕਟ ਉਹਨਾਂ ਨੂੰ ਮਿਲੀ ਤੇ ਹੁਣ ਅਕਾਲੀ ਦਲ ਨੂੰ ਵੀ ਇੰਦਰ ਇਕਬਾਲ ਨੇ ਅਲਵਿਦਾ ਕਹਿ ਦਿੱਤਾ। ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਚੀਮਾ ਨੇ ਟਵੀਟ ਲਿਖਿਆ ਤੇ ਚੋਣ ਕਮਿਸ਼ਨ ਤੋਂ ਅਪੀਲ ਕੀਤੀ ਕਿ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਦੇ ਨਾਲ-ਨਾਲ ਲਾਇਲਟੀ ਬਦਲੇ ਜਾਣ ਸੰਬੰਧੀ ਤਰੀਕਾਂ ਵੀ ਐਲਾਨੀਆਂ ਜਾਣੀਆਂ ਚਾਹੀਦੀਆਂ ਨੇ। ਡਾਕਟਰ ਚੀਮਾ ਦਾ ਇਹ ਟਵੀਟ ਦਰਅਸਲ ਉਸ ਘਟਨਾਕ੍ਰਮ ਤੋਂ ਬਾਅਦ ਸਾਹਮਣੇ ਆਇਆ ਜੋ ਘਟਿਆ ਤਾਂ ਸੀ ਦਿੱਲੀ ਵਿੱਚ, ਪਰ ਜਿਸ ਦਾ ਸਿੱਧਾ ਲਿੰਕ ਸੀ ਜਲੰਧਰ ਜ਼ਿਮਨੀ ਚੋਣ ਦੇ ਨਾਲ। ਲੋਕ ਸਭਾ ਦੇ ਡਿਪਟੀ ਸਪੀਕਰ ਰਹੇ ਸੀਨੀਅਰ ਅਕਾਲੀ ਆਗੂ ਚਰਨਜੀਤ ਸਿੰਘ ਅਟਵਾਲ ਦੇ ਬੇਟੇ ਇੰਦਰ ਇਕਬਾਲ ਅਟਵਾਲ ਨੇ ਭਾਜਪਾ ਜੁਆਇਨ ਕਰ ਲਈ। ज्वाइनिंग कराई केंद्रीय मंत्री हरदीप सिंह पुरी ने। पार्टी आगू तरुण चुग और मनजिंदर सिरसा भी इस मौके मौजूद सन। पार्टी बदली सी ਅਤੇ ਇੰਦਰ ਇਕਬਾਲ ਸਿੰਘ ਅਟਵਾਲ ਨੇ ਨਵੀਂ ਪਾਰਟੀ ਦੀਆਂ ਨੀਤੀਆਂ ਦੇ ਸੋਲੇ ਵੀ ਗਾਏ। ਕੇਂਦਰੀ ਮੰਤਰੀ ਪੁਰੀ ਨੇ ਵੀ ਅਟਵਾਲ ਨੂੰ ਜੀ ਆਇਆਂ ਕਹਿੰਦਿਆਂ ਪੰਜਾਬ ਦੇ ਲਈ ਇਸ ਨੂੰ ਵੱਡਾ ਫੈਸਲਾ ਦੱਸਿਆ। और मैं आज भारतीय जनता पार्टी का एक नया सफर, एक नया दौर जिसमें मैंने और छोटे भाई ने हमने इसकी शुरुआत की है और आने वाले समय में अच्छा भविष्य, जो देश का भविष्य है, उसको देख करके हमने इसकी शुरुआत की है। सिखों के सेंटिमेंट्स को अगर पहली बार किसी ने समझने की कोशिश की है, देश की आजादी से पहले ब्रिटिश राज से लेकर के आज तक सिखों के जो सबसे सेंसिटिव जो इश्यूज थे उनको अगर बारीकी से अच्छे तरीके से किसी ने समझा है तो वो श्री नरेंद्र मोदी जी ने समझा है। हमारी सारी जो योजनाएं हैं, जिस जिस स्टेट्स में ये योजनाएं इंप्लीमेंट हुई है वहां पे डबल इंजन की सरकारें बनी हैं और इसके नतीजे आप देखते हैं ग्राउंड लेवल पे। ਇੰਦਰ ਇਕਬਾਲ ਭਾਜਪਾ ਵਿੱਚ ਸ਼ਾਮਿਲ ਹੋਏ ਤਾਂ ਅਕਾਲੀ ਦਲ ਦੇ ਮੁੱਖ ਬੁਲਾਰੇ ਡਾਕਟਰ ਚੀਮਾ ਨੇ ਟਵੀਟ ਦੇ ਨਾਲ-ਨਾਲ ਬਿਆਨ ਵੀ ਦਿੱਤਾ। ਕਿਹਾ ਕਿ ਚਰਨਜੀਤ ਅਟਵਾਲ ਨੂੰ ਆਪਣੇ ਬੇਟੇ ਨੂੰ ਅਜਿਹਾ ਕਰਨ ਤੋਂ ਰੋਕਣਾ ਚਾਹੀਦਾ ਸੀ। ਮੈਂ ਤੇ ਅੱਜ ਟਵੀਟ ਵੀ ਕੀਤਾ ਸੀ ਲਾਈਟਰ ਵੇਨ ਦੇ ਵਿੱਚ ਕਿ ਜਿਵੇਂ ਇਲੈਕਸ਼ਨ ਕਮਿਸ਼ਨ ਬਾਕੀ ਡੇਟਾ ਅਨਾਉਂਸ ਕਰਦਾ ਨਾ ਕਿ ਇੰਨੀ ਤਰੀਕ ਨੂੰ ਨਾਮਜ਼ਦਗੀਆਂ ਹੋਣਗੀਆਂ, ਇੰਨੀ ਤਰੀਕ ਨੂੰ ਤੁਸੀਂ ਵਿਡਰਾ ਕਰ ਸਕਦੇ ਹੋ, ਇੰਨੀ ਤਰੀਕ ਨੂੰ ਸਿੰਬਲ ਅਲਾਟਮੈਂਟ ਹੋਣੀ, ਇੰਨੀ ਤਰੀਕ ਨੂੰ ਵੋਟਾਂ ਪੈਣੀਆਂ, ਇਹ ਵੀ ਇੱਕ ਡੇਟ ਤੈਅ ਕਰ ਦੇਣੀ ਚਾਹੀਦੀ ਕਿ ਜਿਹਨੇ ਪਾਰਟੀ ਬਦਲਣੀ ਹੈ ਇਸ ਤਰੀਕ ਤੱਕ ਬਦਲੋ ਤਾਂ ਜੋ ਪਾਰਟੀਆਂ ਵੀ ਸੌਖੀਆਂ ਹੋ ਜਾਣ। ਜ਼ਿਮਨੀ ਚੋਣਾਂ ਨੇੜੇ ਆ ਰਹੀਆਂ ਨੇ ਅਤੇ ਸਿਆਸੀ ਅਦਲਾ ਬਦਲੀ ਦਾ ਦੌਰ ਵੀ ਚੱਲ ਰਿਹਾ ਹੈ। ਅਜਿਹੇ ਵਿੱਚ ਆਮ ਲੋਕ ਕੀ ਫੈਸਲਾ ਲੈਂਦੇ ਨੇ ਇਹ ਵੇਖਣਾ ਹੋਵੇਗਾ। ਦਿੱਲੀ ਤੋਂ ਫਰਾਹ ਖਾਨ ਅਤੇ ਚੰਡੀਗੜ੍ਹ ਤੋਂ ਅਮਨ ਭਾਰਦਵਾਜ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਕਿ ਚੋਣਾਂ ਤੋਂ ਪਹਿਲਾਂ ਇਸ ਤਰੀਕੇ ਨਾਲ ਦਲ ਬਦਲੀ ਕੋਈ ਨਵੀਂ ਗੱਲ ਤਾਂ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹੀਆਂ ਤਸਵੀਰਾਂ ਜ਼ਰੂਰ ਦੇਖਣ ਨੂੰ ਮਿਲਦੀਆਂ ਰਹੀਆਂ ਨੇ, ਪਰ ਕੀ ਸਿਆਸਤ ਦੇ ਵਿੱਚ ਖਾਸ ਤੌਰ ਤੇ ਜਲੰਧਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਇਹ ਐਂਟਰੀ ਬੀਜੇਪੀ ਦੇ ਵਿੱਚ ਸਿਆਸਤ ਨੂੰ ਹੋਰ ਦਿਲਚਸਪ ਬਣਾ ਸਕਦੀ ਹੈ? ਤੇ ਵੱਡਾ ਸਵਾਲ ਜ਼ਰੂਰ ਹੈ। ਜ਼ਿਮਨੀ ਚੋਣ ਤੋਂ ਪਹਿਲਾਂ ਇੰਦਰ ਇਕਬਾਲ ਸਿੰਘ ਅਟਵਾਲ ਦੀ ਐਂਟਰੀ ਹੋਈ ਹੈ ਬੀਜੇਪੀ ਦੇ ਵਿੱਚ। ਕਾਬਿਲੇ ਗੌਰ ਇਹ ਵੀ ਹੈ ਕਿ ਬੀਜੇਪੀ ਨੇ ਹੁਣ ਤੱਕ ਆਪਣੇ ਕੈਂਡੀਡੇਟ ਦਾ ਅਨਾਉਂਸਮੈਂਟ ਨਹੀਂ ਕੀਤਾ ਕਿ ਉਹਨਾਂ ਦੇ ਵੱਲੋਂ ਬੀਜੇਪੀ ਦੀ ਟਿਕਟ ਦੇ ਉੱਤੇ ਜਲੰਧਰ ਦਾ ਬਾਈ ਇਲੈਕਸ਼ਨ ਕੌਣ ਲੜੇਗਾ। ਤਾਂ ਇੰਦਰ ਇਕਬਾਲ ਦੀ ਐਂਟਰੀ, ਇੰਦਰ ਇਕਬਾਲ ਅਟਵਾਲ ਹੋਰਾਂ ਦੀ ਐਂਟਰੀ ਉਹ ਸਿੱਧੇ ਤੌਰ ਦੇ ਉੱਤੇ ਟਿਕਟ ਦੇ ਨਾਲ ਹੀ ਜੋੜ ਕੇ ਇਸ ਨੂੰ ਦੇਖਿਆ ਜਾ ਰਿਹਾ ਹੈ। ਕਾਬਿਲੇ ਗੌਰ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਦਾ ਵੈਲਕਮ ਕੀਤਾ ਤੇ ਉਸ ਤੋਂ ਬਾਅਦ ਟਿਕਟ ਦਿੱਤੀ ਹੈ ਤੇ ਹੁਣ ਇੰਦਰ ਇਕਬਾਲ ਅਟਵਾਲ ਸ਼ਾਮਲ ਹੋਏ ਨੇ ਬੀਜੇਪੀ ਦੇ ਵਿੱਚ। ਸਿੱਧਾ ਰੁਖ ਕਰਦੇ ਹਾਂ, ਇਸ ਸਮੇਂ ਸਾਡੇ ਨਾਲ ਇੰਦਰ ਇਕਬਾਲ ਅਟਵਾਲ ਜੀ ਜੁੜ ਰਹੇ ਨੇ। ਅਟਵਾਲ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਨਿਊਜ਼ 18 ਪੰਜਾਬ ਦੇ ਉੱਤੇ। ਥੈਂਕ ਯੂ ਜੀ, ਧੰਨਵਾਦ ਜੀ, ਬਹੁਤ-ਬਹੁਤ ਤੁਹਾਡਾ ਵੀਰ ਜੀ, ਤੁਸੀਂ ਮੈਨੂੰ ਯਾਦ ਕੀਤਾ ਜੀ, ਧੰਨਵਾਦ ਜੀ। ਮੈਂ ਸਰ ਸਟਾਰਟ ਕਰਦਾ ਹਾਂ ਸਭ ਤੋਂ ਪਹਿਲਾ ਸਵਾਲ ਕਿ ਅਕਾਲੀ ਦਲ ਨੂੰ ਛੱਡ ਕੇ ਬੀਜੇਪੀ 'ਚ ਐਂਟਰੀ ਕਿਉਂ? ਬੀਜੇਪੀ ਦੇ ਵਿੱਚ ਜਾਣ ਦਾ ਇੱਕੋ ਇੱਕ ਮਕਸਦ ਹੈ ਜੀ ਕਿ ਸ਼੍ਰੀ ਨਰਿੰਦਰ ਮੋਦੀ ਜੀ ਦੀ ਪੰਜਾਬ ਦੇ ਪ੍ਰਤੀ ਜਿਹੜੀ ਸੰਵੇਦਨਾ ਹੈ ਔਰ ਪੰਜਾਬੀਅਤ ਦੇ ਪ੍ਰਤੀ ਜੋ ਉਹਨਾਂ ਦੀ ਸੋਚ ਹੈ ਤੇ ਖਾਸ ਕਰਕੇ ਸਿੱਖ ਸਮਾਜ ਦੇ ਲਈ ਜੋ ਉਹਨਾਂ ਦਾ ਸਤਿਕਾਰ ਹੈ ਜੀ, ਉਹਨੂੰ ਦੇਖਦਿਆਂ ਹੋਇਆਂ ਔਰ ਜੋ ਉਹਨਾਂ ਨੇ ਪੰਜਾਬ ਦੇ ਲੋਕਾਂ ਲਈ, ਪੰਜਾਬ ਦੀ ਪਰਿਸਥਿਤੀ ਲਈ ਔਰ ਖਾਸ ਕਰਕੇ ਸਿੱਖ ਕੌਮ ਲਈ ਜੋ ਉਹਨਾਂ ਨੇ ਕੀਤਾ ਹੈ, ਉਹਨੂੰ ਮੈਂ ਧਿਆਨ 'ਚ ਰੱਖਦਿਆਂ ਹੋਇਆਂ ਬਹੁਤ ਲੰਮਾ ਸਮਾਂ ਸੋਚਣ ਤੋਂ ਬਾਅਦ ਮੈਂ ਤੇ ਮੇਰੇ ਛੋਟੇ ਬ੍ਰਦਰ ਨੇ ਦੋਨਾਂ ਨੇ ਅਸੀਂ ਫੈਸਲਾ ਕੀਤਾ ਕਿ ਅਸੀਂ
ਬਤੌਰ ਵਰਕਰ ਦੇ ਤੌਰ ਤੇ ਭਾਰਤੀ ਜਨਤਾ ਪਾਰਟੀ 'ਚ ਇੱਕ ਨੈਸ਼ਨਲਿਸਟ ਪਾਰਟੀ ਦੇ ਵਿੱਚ ਜਾ ਕੇ ਅਸੀਂ ਆਪਣੀ ਇੱਕ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਅਧਿਆਇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗੇ। ਇੰਦਰ ਜੀ ਦੇਖੋ, ਸਵਾਲ ਮੈਂ ਬਹੁਤ ਸਾਰੇ ਪੁੱਛਣੇ ਨੇ, ਪਰ ਜੋ ਤੁਹਾਡੀ ਬੀਜੇਪੀ ਦੇ ਵਿੱਚ ਸ਼ਮੂਲੀਅਤ ਤੋਂ ਬਾਅਦ ਚਰਚਾਵਾਂ ਨੇ ਦੋ ਤਰ੍ਹਾਂ ਦੀਆਂ। ਇੱਕ ਤਾਂ ਲੋਕ ਜਾਣਨਾ ਚਾਹੁੰਦੇ ਨੇ ਕਿ ਤੁਸੀਂ ਜਿਹੜੀਆਂ ਗੱਲਾਂ ਇਸ ਸਮੇਂ ਬੀਜੇਪੀ ਨੂੰ ਲੈ ਕੇ ਕਹਿ ਰਹੇ ਹੋ, ਇਹ ਜਲੰਧਰ ਬਾਈ ਇਲੈਕਸ਼ਨ ਤੋਂ ਪਹਿਲਾਂ ਹੀ ਕਿਉਂ, ਇਹ ਸਾਰਾ ਤੁਹਾਨੂੰ ਅੱਜ ਹੀ ਕਿਉਂ ਲੱਗਿਆ? ਤੇ ਪੁਆਇੰਟ ਨੰਬਰ 2, ਟਿਕਟ ਤੁਹਾਨੂੰ ਮਿਲ ਰਹੀ ਹੈ? ਪਹਿਲਾ ਸਵਾਲ ਤੁਸੀਂ ਪੁੱਛਿਆ ਕਿ ਅੱਜ ਹੀ ਕਿਉਂ। ਬਿਲਕੁਲ। ਇਹਦੇ ਲਈ ਮੈਂ ਤੁਹਾਨੂੰ ਇੱਕੋ ਬੇਨਤੀ ਕਰਾਂਗਾ ਤੁਹਾਡੇ ਚਰਨਾਂ 'ਚ ਕਿ ਤੁਸੀਂ ਮੈਨੂੰ ਪੁੱਛੀ ਅੱਜ ਤੇ ਜਵਾਬ ਮੈਂ ਅੱਜ ਹੀ ਦਊਂਗਾ ਜੀ। ਨਹੀਂ, ਤੁਸੀਂ ਲੇਕਿਨ ਐਂਟਰੀ ਮੈਨੂੰ ਕਰੀਏ ਪਹਿਲਾਂ ਸਰ, ਪੁੱਛਣਾ ਹੁੰਦਾ। ਤੁਸੀਂ ਐਂਟਰੀ ਅੱਜ ਕਰੀਏ ਤਾਂ ਮੈਂ ਅੱਜ ਪੁੱਛ ਰਿਹਾ। ਹਾਂ, ਤੇ ਮੈਂ ਐਂਟਰੀ ਕੀਤੀ ਹੈ ਜੀ, ਤੇ ਮੈਂ ਜਿਸ ਦਿਨ ਐਂਟਰੀ ਕੀਤੀ ਹੈ, ਜਿਸ ਦਿਨ ਮੈਨੂੰ ਸਵਾਲ ਕੀਤਾ ਹੈ, ਮੈਂ ਉਹਦਾ ਜਵਾਬ ਉਹੀ ਦੇ ਰਿਹਾ ਜੋ ਪਰਿਸਥਿਤੀਆਂ ਜੋ ਪੰਜਾਬ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਜੋ ਕੀਤਾ ਜਾ ਰਿਹਾ, ਮੈਂ ਉਹਦੇ ਹਿਸਾਬ ਨਾਲ ਹੀ ਗੱਲ ਕਰ ਰਿਹਾ। ਜੇਕਰ ਪਹਿਲਾਂ ਮੈਨੂੰ ਕੋਈ ਪੁੱਛਦਾ ਜਾਂ ਪਹਿਲਾਂ ਕੋਈ ਕਹਿੰਦਾ ਤਾਂ ਮੈਂ ਉਦੋਂ ਵੀ ਜ਼ਰੂਰ ਜਵਾਬ ਦੇਣਾ ਸੀ। ਮੈਨੂੰ ਕਦੇ ਪੁੱਛਿਆ ਹੀ ਨਹੀਂ ਕਿਸੇ ਨੇ, ਤੇ ਮੈਂ ਫਿਰ ਜਵਾਬ। ਅੱਛਾ, ਤੁਸੀਂ ਇੰਟਰਸਟਿੰਗਲੀ ਮੇਰੇ ਸਵਾਲ ਨੂੰ ਥੋੜਾ ਜਿਹਾ ਘੁਮਾ ਰਹੇ ਹੋ। ਚਲੋ ਮੈਂ ਹੋਰ ਰਿਫਾਈਨ ਕਰ ਦਿੰਦਾ ਇਸ ਗੱਲ ਨੂੰ। ਨਹੀਂ, ਮੈਂ ਜਲੰਧਰ ਬਾਈ ਇਲੈਕਸ਼ਨ ਤੋਂ ਪਹਿਲਾਂ ਹੀ ਬੀਜੇਪੀ ਕਿਉਂ ਜੁਆਇਨ ਕੀਤੀ? ਜੇ ਤੁਸੀਂ 6 ਮਹੀਨੇ ਪਹਿਲਾਂ 2022 ਤੋਂ ਪਹਿਲਾਂ ਵੀ ਕਰ ਸਕਦੇ ਸੀ, ਜਾਂ ਬਾਈ ਇਲੈਕਸ਼ਨ ਤੋਂ ਬਾਅਦ ਵੀ ਹੋ ਸਕਦੀ ਸੀ। ਮੈਨੂੰ ਇਸ ਤਰ੍ਹਾਂ ਦਾ ਕੋਈ ਲੱਗਿਆ ਨਹੀਂ ਕਿ ਮੈਂ ਕੋਈ ਪਾਰਲੀਮੈਂਟ ਦੀ ਚੋਣ ਦੇ ਹਿਸਾਬ ਦੇ ਨਾਲ ਜਾਂ ਉਸ ਸਮੇਂ ਦੇ ਹਿਸਾਬ ਦੇ ਨਾਲ ਕੋਈ ਚੋਣ ਦਾ ਮੈਂ ਕੋਈ ਪਾਰਟੀ ਦੀ ਚੋਣ ਕੀਤੀ ਹੈ। ਇਹ ਤਾਂ ਮੈਂ ਸਮਝਦਾ ਕਿ ਕੁਦਰਤੀ ਜਦੋਂ ਸਬਬ ਬਣਨਾ ਹੁੰਦਾ, ਜਦੋਂ ਕੋਈ ਗੱਲ ਹੋਣੀ ਹੁੰਦੀ ਹੈ, ਉਦੋਂ ਹੀ ਹੁੰਦੀ ਹੈ। ਤੇ ਇਹ ਠੀਕ ਹੈ ਕਿ ਅੱਜ ਕੁਦਰਤੀ ਉਸ ਸਮੇਂ ਦੇ ਮੁਤਾਬਕ ਉਸ ਸਮੇਂ ਦੇ ਨਾਲ ਕੋਰਿਲੇਟ ਕਰ ਗਈ ਗੱਲ, ਜਿਹਦੇ ਕਰਕੇ ਅੱਜ ਬਾਹਰ ਉੱਪਰ ਉੱਠ ਕੇ ਆ ਰਹੀ ਹੈ। ਤੇ ਟਿਕਟ ਦੀ ਕੋਈ ਤੁਹਾਨੂੰ ਭਰੋਸਾ ਮਿਲਿਆ? ਦੇਖੋ, ਸਿੱਧਾ ਤੁਹਾਨੂੰ ਟਿਕਟ ਦੇ ਨਾਲ ਜੋੜਿਆ ਜਾ ਰਿਹਾ ਹੈ ਕਿ ਤੁਸੀਂ ਚਰਨਜੀਤ ਅਟਵਾਲ ਜੀ ਦੇ ਪਰਿਵਾਰ ਤੋਂ ਆਉਂਦੇ ਹੋ, ਤਾਂ ਸਿੱਧਾ ਮਤਲਬ ਹੈ ਕਿ ਜਲੰਧਰ ਦੇ ਵਿੱਚ ਬੀਜੇਪੀ ਦੇ ਕੈਂਡੀਡੇਟ ਹੋਣਗੇ ਇੰਦਰ ਇਕਬਾਲ ਸਿੰਘ ਅਟਵਾਲ। ਗੌਰਵ ਜੀ, ਉਹ ਇਸ ਕਰਕੇ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਪਿਛਲੀ ਵਾਰ ਜਿਹੜੀ ਪਾਰਲੀਮੈਂਟ ਦੀ ਚੋਣ ਹੋਈ ਹੈ ਜੀ, ਉਹ ਜਲੰਧਰ ਪਾਰਲੀਮੈਂਟ ਦਾ ਹਲਕਾ ਜਿਹੜਾ ਉੱਥੋਂ ਵੱਡੇ ਅਟਵਾਲ ਸਾਹਿਬ ਨੇ ਜਦੋਂ ਚੋਣ ਲੜੀ ਆ, ਅਸੀਂ ਕੇਵਲ 8000 ਵੋਟਾਂ ਤੇ ਅਸੀਂ ਉਸ ਵੇਲੇ ਹਾਰ ਗਏ ਸੀ ਚੋਣ। ਬਿਲਕੁਲ। ਤੇ ਉਹ ਪਾਰਲੀਮੈਂਟ ਹਲਕਾ ਜਿਹੜਾ ਫਲੋਰ ਪਾਰਲੀਮੈਂਟ ਹਲਕਾ, ਜਿੱਥੋਂ ਵੱਡੇ ਅਟਵਾਲ ਸਾਹਿਬ ਮੈਂਬਰ ਪਾਰਲੀਮੈਂਟ ਵੀ ਰਹੇ ਆ, ਤੇ ਉੱਥੋਂ ਸਾਨੂੰ 1999 ਤੋਂ 1989 ਤੋਂ ਲੈ ਕੇ ਅੱਜ ਤੱਕ ਦੁਆਬੇ ਦੀ ਧਰਤੀ ਦੇ ਨਾਲ ਅਸੀਂ ਜੁੜੇ ਹੋਏ ਹਾਂ, ਜਿਹਦੇ ਕਰਕੇ ਲੋਕਾਂ ਦਾ ਸੋਚਣਾ, ਲੋਕਾਂ ਦੀਆਂ ਕਿਆਸਰਾਈਆਂ ਲਾਉਣੀਆਂ ਕੋਈ ਗਲਤ ਗੱਲ ਨਹੀਂ ਹੈ। ਇਸ ਕਰਕੇ ਕੁਦਰਤੀ ਕੋਰਿਲੇਟ ਹੋ ਗਈ ਗੱਲ, ਜਿਹਦੇ ਕਰਕੇ ਅੱਜ ਇਸ ਗੱਲ ਨੂੰ ਸੋਚਣਾ ਜਾ ਰਿਹਾ। ਤੋਂ ਇਸ ਕਰਕੇ, ਲੇਕਿਨ ਮੇਰੇ ਮਨ ਦੇ ਵਿੱਚ ਏਦਾਂ ਦੀ ਨਾ ਕੋਈ ਗੱਲ ਹਾਲੇ ਹੋਈ ਹੈ, ਨਾ ਮੈਂ ਕੀਤੀ ਹੈ। ਇੱਕ ਪਾਰਟੀ ਦੇ ਵਰਕਰ ਦੇ ਤੌਰ ਤੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਚ ਲੰਮਾ ਸਮਾਂ ਸੇਵਾ ਕੀਤੀ ਹੈ, ਹੁਣ ਬਤੌਰ ਵਰਕਰ ਇੱਧਰ ਕੰਮ ਕਰਾਂਗੇ। ਬਾਕੀ ਪਾਰਟੀਆਂ ਨੇ ਫੈਸਲਾ ਕਰਨਾ ਹੁੰਦਾ, ਹਾਈ ਕਮਾਂਡ ਨੇ ਜੋ ਕਰਨਗੇ ਅਸੀਂ ਉਹਦਾ ਦੇਖਾਂਗੇ। ਵੱਡੇ ਅਟਵਾਲ ਸਾਹਿਬ ਦੀ ਸਹਿਮਤੀ ਦੇ ਨਾਲ ਤੁਸੀਂ ਸਟੈਪ ਚੁੱਕਿਆ ਅਕਾਲੀ ਦਲ ਛੱਡ ਕੇ ਬੀਜੇਪੀ ਚ ਜਾਣ ਵਾਲਾ? ਭਾਜੀ, ਸਹਿਮਤੀ ਜਾਂ ਨਾ ਸਹਿਮਤੀ ਵਾਲੀ ਗੱਲ ਇੱਕ ਪੋਲੀਟੀਕਲ ਫੈਸਲੇ ਤਾਂ ਇਹ ਨਿੱਜੀ ਫੈਸਲੇ ਹੁੰਦੇ ਆ, ਲੇਕਿਨ ਬਤੌਰ ਫਾਦਰ, ਬਤੌਰ ਬਜ਼ੁਰਗ, ਬਤੌਰ ਵੱਡਿਆਂ ਤੇ ਕੋਈ ਵੀ ਆਪਾਂ ਘਰ 'ਚ ਕੰਮ ਕਰਦੇ ਆ, ਘਰੇਲੂ ਵਿਅਕਤੀ ਆਪਾਂ ਸਾਰੇ, ਆਪਾਂ ਇੱਕ ਦੂਸਰੇ ਨੂੰ ਚੰਗੀ ਤਰ੍ਹਾਂ ਸਮਝਦੇ ਆ। ਸਮਾਜਿਕ ਤੌਰ ਤੇ ਇਹ ਸਾਡੀ ਨੈਤਿਕਤਾ ਤੌਰ ਤੇ, ਸਾਡੀ ਪਰਿਵਾਰਕ ਤੌਰ ਤੇ ਸਾਡੇ ਸੰਸਕਾਰ ਨੇ। ਅਸੀਂ ਕੋਈ ਵੀ ਕੰਮ ਕਰਦੇ ਆ, ਅਸੀਂ ਵੱਡਿਆਂ ਦਾ ਆਸ਼ੀਰਵਾਦ ਲੈ ਕੇ ਕੰਮ ਕਰਦੇ ਆ, ਤਾਂ ਮੈਂ ਉਹਨਾਂ ਦਾ ਆਸ਼ੀਰਵਾਦ ਦਿੱਤਾ ਹੈ। ਲੇਕਿਨ ਇਹਨੂੰ ਇਸ ਗੱਲ ਨਾਲ ਨਾ ਜੋੜਿਆ ਜਾਏ ਕਿ ਜੀ ਮੈਂ ਉਹਨਾਂ ਨੇ ਮੈਨੂੰ ਇੱਧਰ ਨੂੰ ਤੋਰਿਆ ਜਾਂ ਉਹਨਾਂ ਨੇ ਏਦਾਂ ਦੀ ਕੋਈ ਗੱਲ ਕੀਤੀ ਹੈ। ਮੇਰੇ ਫਾਦਰ ਹੈ, ਮੇਰੇ ਬਜ਼ੁਰਗ ਹੈ, ਮੇਰੇ ਸੋਰਸ ਆਫ ਇੰਸਪੀਰੇਸ਼ਨ ਨੇ ਔਰ ਮੇਰੇ ਜ਼ਿੰਦਗੀ 'ਚ ਰੋਲ ਮਾਡਲ ਵੀ ਨੇ। ਸੋ ਉਹਨਾਂ ਨੇ ਜੋ ਮੈਨੂੰ ਅੱਜ ਤੱਕ ਜ਼ਿੰਦਗੀ 'ਚ ਮੈਨੂੰ ਸਿਖਾਇਆ, ਜੋ ਮੈਂ ਕੁਝ ਸਿੱਖਿਆ, ਮੈਂ ਉਹ ਮੇਰੇ ਵਾਸਤੇ ਇੱਕ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਕਰਨ ਦੇ ਲਈ ਮੇਰੇ ਵਾਸਤੇ ਬਹੁਤ ਵੱਡਾ ਮੇਰੇ ਵਾਸਤੇ ਮਤਲਬ ਮੈਂ ਤੁਹਾਡੀ ਗੱਲ ਤੋਂ ਸਮਝ ਪਾ ਰਿਹਾ ਕਿ ਉਹਨਾਂ ਦੀ ਨੌਲੇਜ ਦੇ ਵਿੱਚ ਸੀ ਕਿ ਤੁਸੀਂ ਬੀਜੇਪੀ 'ਚ ਸ਼ਾਮਿਲ ਹੋਣ ਜਾ ਰਹੇ ਹੋ। ਇਸ ਗੱਲ ਦਾ ਤਾਂ ਘਰ 'ਚ ਪਤਾ ਹੀ ਸੀ ਜੀ, ਸਾਰਿਆਂ ਨੂੰ ਪਤਾ ਹੀ ਹੈ ਜੀ ਮੈਂ ਜਾ ਰਿਹਾ, ਪਰ ਇਹ ਮੇਰਾ ਆਪਣਾ ਫੈਸਲਾ ਹੈ, ਮੇਰੇ ਬ੍ਰਦਰ ਦਾ, ਸਾਡਾ ਆਪਣਾ ਫੈਸਲਾ, ਉਹਨਾਂ ਦਾ ਆਪਣਾ ਫੈਸਲਾ ਜੀ। ਅਟਵਾਲ ਸਾਹਿਬ, ਬੀਜੇਪੀ ਦੇ ਵਿੱਚ ਸ਼ਮੂਲੀਅਤ ਇਹ ਸਿਰਫ ਤੁਹਾਡੇ ਤੱਕ ਸੀਮਿਤ ਰੱਖੀ ਜਾਵੇ ਜਾਂ ਅਟਵਾਲ ਫੈਮਿਲੀ ਦੀ ਸ਼ਮੂਲੀਅਤ ਇਸ ਨੂੰ ਕਿਹਾ ਜਾਵੇ? ਭਾਜੀ, ਇਹਨੂੰ ਤੁਸੀਂ ਕਿਸ ਤਰ੍ਹਾਂ ਲਓਗੇ ਤਾਂ ਤੁਸੀਂ ਆਪਣੀ ਟਰਮਨੋਲੋਜੀ ਜਾਂ ਆਪਣੀ ਸ਼ਬਦਾਵਲੀ ਤੁਸੀਂ ਕ੍ਰੀਏਟ ਕਰ ਸਕਦੇ ਹੋ, ਬਟ ਅਸੀਂ ਆਪਣੇ ਪਰਿਵਾਰ ਵੱਲੋਂ, ਅਸੀਂ ਦੋਨੇ ਭਰਾ, ਅਸੀਂ ਇਕੱਠੇ ਹਾਂ। ਅਸੀਂ ਪਰਿਵਾਰਕ ਤੌਰ ਤੇ ਅਸੀਂ ਜੋ ਬੀਜੇਪੀ 'ਚ ਅਸੀਂ ਗਏ ਹਾਂ, ਵੱਡੇ ਅਟਵਾਲ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੰਮਾ ਸਮਾਂ ਪ੍ਰਕਾਸ਼ ਸਿੰਘ ਬਾਦਲ ਨਾਲ ਸੇਵਾ ਕੀਤੀ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਨੇ, ਜਿਨ੍ਹਾਂ ਦਾ ਦੁਨੀਆ ਦੇ ਵਿੱਚ ਕੋਈ ਮੁਕਾਬਲਾ ਨਹੀਂ ਹੋ ਸਕਦਾ। ਅਸੀਂ ਭਾਰਤੀ ਜਨਤਾ ਪਾਰਟੀ 'ਚ ਗਏ ਹਾਂ, ਅਸੀਂ ਇੱਧਰ ਆਪਣੀ ਨਵੀਂ ਜ਼ਿੰਦਗੀ, ਅਸੀਂ ਨਵੇਂ ਤਰੀਕੇ ਨਾਲ ਇੱਕ ਪਰਿਵਾਰ ਅਸੀਂ ਆਪਣੇ ਵੱਲੋਂ ਕਰ ਰਹੇ ਹਾਂ। ਤੁਸੀਂ ਮਤਲਬ ਇਹ ਕਹਿ ਰਹੇ ਹੋ ਕਿ ਵੱਡੇ ਅਟਵਾਲ ਸਾਹਿਬ ਅਕਾਲੀ ਦਲ ਦੇ ਨਾਲ ਹੁਣ ਵੀ ਜੁੜੇ ਹੋਏ ਨੇ?
ਭਾਜੀ ਇਹ ਤਾਂ ਤੁਸੀਂ ਉਹਨਾਂ ਨਾਲ ਗੱਲ ਕਰੋ, ਜੇ ਉਹ ਬੀਜੇਪੀ 'ਚ ਸ਼ਾਮਲ ਨਹੀਂ ਹੋਏ ਤੇ ਇਹਦਾ ਮਤਲਬ ਫਿਰ ਉਹ ਅਕਾਲੀ ਦਲ 'ਚ ਹੀ ਹੋਏ ਨਾ ਜੀ। ਚਲੋ ਮੇਰਾ ਇੱਕ ਹੋਰ ਸਵਾਲ ਹੈ, ਦਲਜੀਤ ਚੀਮਾ ਦਾ ਬਿਆਨ ਸ਼ਾਇਦ ਤੁਸੀਂ ਵੀ ਸੁਣਿਆ ਹੋਵੇ। ਉਹ ਕਹਿੰਦੇ ਕਿ ਅਟਵਾਲ ਸਾਹਿਬ ਨੂੰ ਆਪਣੇ ਬੇਟਿਆਂ ਨੂੰ ਰੋਕਣਾ ਚਾਹੀਦਾ ਸੀ ਬੀਜੇਪੀ 'ਚ ਜਾਣ ਤੋਂ ਪਹਿਲਾਂ। ਕੀ ਤੁਹਾਨੂੰ ਵੱਡੇ ਅਟਵਾਲ ਸਾਹਿਬ ਨੇ ਕੋਈ ਸੁਜੈਸਟ ਕੀਤਾ ਕਿ ਜਾਓ ਨਾ ਜਾਓ, ਜਾਂ ਤੁਸੀਂ ਸਿਰਫ ਆਪਣਾ ਡਿਸੀਜਨ ਦੱਸਿਆ ਕਿ ਅਸੀਂ ਇਹ ਡਿਸਾਈਡ ਕਰ ਲਿਆ ਤੇ ਅਸੀਂ ਬੀਜੇਪੀ ਜੁਆਇਨ ਕਰ ਰਹੇ? ਮੈਂ ਬਹੁਤ ਸਤਿਕਾਰ ਕਰਦਾ ਡਾਕਟਰ ਦਲਜੀਤ ਸਿੰਘ ਚੀਮਾ ਜੀ, ਸਾਡੇ ਬਹੁਤ ਹੀ ਸਤਿਕਾਰਤ ਸ਼ਖਸੀਅਤ ਨੇ ਔਰ ਪਾਰਟੀ ਦੇ ਸਕੱਤਰ ਜਨਰਲ ਵੀ ਨੇ। ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਔਰ ਮੈਂ ਸਮਝਦਾ ਕਿ ਮੈਨੂੰ ਜ਼ਿੰਦਗੀ ਦੇ ਵਿੱਚ ਮੇਰੀ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਜਿੰਨਾ ਕੁ ਉਹਨਾਂ ਕੋਲੋਂ ਹੋ ਸਕਿਆ, ਜਿੰਨਾ ਕੁ ਉਹਨਾਂ ਨੇ ਮੈਨੂੰ ਕਾਬਲ ਸਮਝਿਆ, ਮੈਂ ਆਪਣੇ ਵੱਲੋਂ ਸੇਵਾ ਨਿਭਾਈ ਹੈ। ਮੈਨੂੰ ਕਿਸੇ ਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਗਿਲਾ ਨਹੀਂ ਹੈ ਔਰ ਮੈਂ ਸਮਝਦਾ ਕਿ ਉਹਨਾਂ ਨੇ ਜੋ ਵੀ ਕੋਈ ਵਿਚਾਰ ਦਿੱਤਾ ਉਹਨਾਂ ਦੇ ਨਿੱਜੀ ਵਿਚਾਰ ਹੋਣਗੇ, ਪਾਰਟੀ ਦੇ ਤੌਰ ਤੇ ਜਾਂ ਕਿਸੇ ਤਰ੍ਹਾਂ ਦੇ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਸ ਤਰ੍ਹਾਂ ਗੱਲ ਕੀਤੀ ਹੈ, ਲੇਕਿਨ ਜੋ ਵੀ ਉਹਨਾਂ ਨੇ ਗੱਲ ਕੀਤੀ ਹੈ ਉਹ ਮੇਰੇ ਵਾਸਤੇ ਖਿੜੇ ਮੱਥੇ ਪ੍ਰਵਾਨ ਹੈ। ਪਰ ਮੈਂ ਕਿਸੇ ਵੀ ਕੰਟਰੋਵਰਸੀ ਜਾਂ ਕਿਸ ਤਰ੍ਹਾਂ ਦੀ ਕ੍ਰੀਏਸ਼ਨ ਦੇ ਵਿੱਚ ਮੈਂ ਨਹੀਂ ਜਾਣਾ ਚਾਹੁੰਦਾ। ਅਕਾਲੀ ਦਲ ਦੇ ਨਾਲ ਮੋਹ ਕਿਉਂ ਭੰਗ ਹੋ ਗਿਆ ਫਿਰ ਸਰ ਤੁਹਾਡਾ? ਭਾਜੀ ਅਕਾਲੀ ਦਲ ਦੇ ਵਿੱਚ ਮੇਰਾ ਮੋਹ ਭੰਗ ਨਹੀਂ ਹੋਇਆ। ਮੈਂ ਅੱਜ ਵੀ ਕਹਿਣਾ ਕਿ ਸ਼੍ਰੋਮਣੀ ਅਕਾਲੀ, ਤੁਸੀਂ ਮੈਨੂੰ ਸ਼ਾਇਦ ਅੱਜ ਮੇਰੀ ਜੋ ਮੈਂ ਆਪਣਾ ਇੱਕ ਮੇਡ ਇਨ ਸਪੀਚ ਕਹਿ ਲਓ ਜਾਂ ਮੇਡ ਇਨ ਰਿਮਾਰਕਸ ਕਹਿ ਲਓ, ਜਦੋਂ ਮੈਂ ਬੀਜੇਪੀ ਜੁਆਇਨ ਕੀਤੀ ਹੈ, ਮੈਂ ਉੱਥੋਂ ਜੋ ਮੈਂ ਲਾਈਵ ਤੁਸੀਂ ਸ਼ਾਇਦ ਸੁਣਿਆ ਵੀ ਹੋਏਗਾ, ਮੈਂ ਆਪਣੀ ਸਾਰੀ ਦੇਸ਼ ਦੇ ਮੀਡੀਆ ਦੇ ਸਾਹਮਣੇ ਇੱਕ ਗੱਲ ਕਹੀ ਹੈ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਿਭਾਈ ਹੋਈ ਸੇਵਾ ਨੂੰ, ਬਿਤਾਏ ਹੋਏ ਜਿਹੜੇ ਮੇਰੇ ਪਲ ਆ ਜਿਹੜੇ, ਉਹ ਮੇਰੇ ਵਾਸਤੇ ਜ਼ਿੰਦਗੀ ਦੇ ਵਿੱਚ ਮੇਰਾ ਬਹੁਤ ਵੱਡਾ ਇੱਕ ਸਰਮਾਇਆ ਰਹਿਣਗੇ ਜੀ। ਔਰ ਮੈਂ ਉੱਥੋਂ ਬਹੁਤ ਕੁਝ ਲੈ ਕੇ ਆਇਆ, ਬਹੁਤ ਕੁਝ ਨਾਲ ਲੈ ਕੇ ਚੱਲਿਆ ਮੈਂ, ਔਰ ਜ਼ਿੰਦਗੀ ਦੇ ਵਿੱਚ ਮੇਰੀ ਉਹ ਬਹੁਤ ਵੱਡੀ ਕਮਾਈ ਹੈ। ਮੈਂ ਉਸ ਦੇ ਉੱਪਰ ਕੋਈ ਕਿੰਤੂ ਪਰੰਤੂ ਕਟਾਕਸ਼ ਮੈਂ ਨਹੀਂ ਕਰਨਾ ਚਾਹੁੰਦਾ। ਮੈਨੂੰ ਜ਼ਿੰਦਗੀ ਦੇ ਵਿੱਚ ਉਹ ਸਮਾਂ ਯਾਦ ਰਹੇਗਾ, ਲੇਕਿਨ ਇੰਨਾ ਕੁ ਜ਼ਰੂਰ ਹੈ ਕਿ ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਭਾਵੇਂ ਮੈਨੂੰ ਕੋਈ ਅਹੁਦਾ ਦਿੱਤਾ ਭਾਵੇਂ ਨਹੀਂ ਦਿੱਤਾ, ਭਾਵੇਂ 10 ਸਾਲ ਸਰਕਾਰ ਰਹੀ ਉਹਦੇ ਵਿੱਚ ਮੈਨੂੰ ਕੋਈ ਅਹੁਦਾ ਨਹੀਂ ਮਿਲਿਆ, ਭਾਵੇਂ ਪਿਛਲੇ ਸਮੇਂ 'ਚ MLA MP ਦੀ ਮੈਨੂੰ ਟਿਕਟ ਵੀ ਨਹੀਂ ਮਿਲੀ, ਲੇਕਿਨ ਮੈਂ ਫੇਰ ਵੀ ਪਾਰਟੀ ਦਾ ਵਫਾਦਾਰ ਸਿਪਾਹੀ ਬਣ ਕੇ ਕੰਮ ਕੀਤਾ। ਮੈਂ ਕਦੇ ਮੁਖਾਲਫਤ ਨਹੀਂ ਕੀਤੀ, ਕਦੇ ਮੈਂ ਬਿਆਨ ਨਹੀਂ ਦਿੱਤਾ, ਕਦੇ ਪ੍ਰੈਸ 'ਚ ਨਹੀਂ ਗਿਆ, ਤੁਸੀਂ ਕਦੇ ਕਿਸੇ ਮੀਡੀਆ 'ਚ ਮੇਰਾ ਜ਼ਿਕਰ ਨਹੀਂ ਸੁਣਿਆ ਹੋਣਾ, ਮੈਂ ਕਦੀ ਸੀ ਤੱਕ ਨਹੀਂ ਕੀਤੀ। ਔਰ ਮੈਂ ਸਮਝਦਾ ਕਿ ਮੈਂ ਕਦੀ, ਮੇਰਾ ਸੁਭਾਅ ਵੀ ਨਹੀਂ ਹੈ, ਸਾਡੇ ਪਰਿਵਾਰ ਦਾ ਇਹ ਸੁਭਾਅ ਹੀ ਨਹੀਂ ਹੈ ਕਿ ਅਸੀਂ ਬਿਨਾਂ ਮਤਲਬ ਤੋਂ ਇਹਨਾਂ ਗੱਲਾਂ ਚੀਜ਼ਾਂ ਦੇ ਵਿੱਚ ਆਈਏ। ਮੈਂ ਸਮਝਦਾ ਕਿ ਹੋ ਸਕਦਾ ਪਿਛਲੇ ਸਮੇਂ 'ਚ ਮੈਂ ਇਹ ਮਹਿਸੂਸ ਕੀਤਾ ਕਿ ਸ਼ਾਇਦ ਮੈਂ ਹੀ ਪਾਰਟੀ ਦੇ ਫਿੱਟ ਨਹੀਂ ਆ ਜਾਂ ਪਾਰਟੀ ਮੈਨੂੰ ਹੁਣ ਫਿੱਟ ਨਹੀਂ ਸਮਝਦੀ, ਜਿਹਦੇ ਕਰਕੇ ਬਹੁਤ ਲੰਮਾ ਸਮਾਂ ਮੈਂ ਦੇਖਿਆ ਕਿ ਪਾਰਟੀ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਉਸ ਚੀਜ਼ ਨੂੰ ਜ਼ਰੂਰ ਮਹਿਸੂਸ ਕੀਤਾ, ਤਾਂ ਹੀ ਮੈਂ ਫੈਸਲਾ ਲਿੱਤਾ। ਦੇਖੋ ਇਸ ਸਮੇਂ ਇਹ ਵੀ ਅਕਾਲੀ ਦਲ, ਕਿਉਂਕਿ ਅਕਾਲੀ ਦਲ ਨੂੰ ਪਹਿਲਾਂ ਵੀ ਕਈ ਲੀਡਰ ਛੱਡ ਕੇ ਗਏ ਨੇ, ਖਾਸ ਤੌਰ ਤੇ 2017 ਚ ਜਦੋਂ ਸੱਤਾ ਚਲੀ ਗਈ ਉਸ ਤੋਂ ਬਾਅਦ ਅਕਾਲੀ ਦਲ ਇਲਜ਼ਾਮ ਲਗਾਉਂਦਾ ਉਹਨਾਂ ਲੀਡਰਾਂ ਦੇ ਉੱਤੇ, ਕਹਿੰਦੇ ਜਦੋਂ ਪੋਲੀਟੀਕਲ ਤੌਰ ਦੇ ਉੱਤੇ ਇੱਕ ਕ੍ਰਿਟੀਕਲ ਦੌਰ ਦੇ ਵਿੱਚੋਂ ਪਾਰਟੀ ਨਿਕਲ ਰਹੀ ਹੈ ਤਾਂ ਉਹ ਆਗੂ ਛੱਡ ਕੇ ਜਾ ਰਹੇ ਨੇ ਜੋ ਮੌਕਾ ਪ੍ਰਸਤ ਨੇ, ਤਾਂ ਉਹ ਐਲੀਗੇਸ਼ਨ ਇੱਕ ਤਰੀਕੇ ਨਾਲ ਘੁੰਮ ਕੇ ਤੁਹਾਡੇ ਉੱਤੇ ਵੀ ਆਉਣਗੇ। ਮਾਫ ਕਰਨਾ, ਇਹ ਮੌਕਾ ਫਿਰ ਉਸ ਵੇਲੇ ਮੈਂ ਵੀ ਅਚੀਵ ਕਰ ਸਕਦਾ ਸੀ ਜਿਹੜੇ ਮੌਕੇ ਇਸ ਤੋਂ ਪਹਿਲਾਂ ਕਿੰਨੇ ਆਏ ਤੇ ਕਿੰਨੇ ਲੰਘ ਮੌਕਾ ਦਾ ਅਵੇਲ ਕੀਤਾ। ਫਿਰ ਠੀਕ ਹੈ, ਤੁਹਾਨੂੰ ਲੱਗਦਾ ਕਿ ਤੁਹਾਨੂੰ ਇਗਨੋਰ ਕੀਤਾ ਗਿਆ? ਨਹੀਂ, ਮੈਂ ਇੰਦਰ ਇਕਬਾਲ ਜੀ, ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਤੁਹਾਨੂੰ ਇਗਨੋਰ ਕੀਤਾ ਗਿਆ, ਅਟਵਾਲ ਫੈਮਿਲੀ ਨੂੰ ਇਗਨੋਰ ਕੀਤਾ, ਕਿਉਂਕਿ ਤੁਸੀਂ ਖੁਦ ਜਾਣਦੇ ਹੋ 2019 ਚ ਟਿਕਟ ਮਿਲੀ ਹੈ ਪਰਿਵਾਰ ਨੂੰ। ਦੇਖੋ ਜੀ, ਮੈਂ ਮਾਫ ਕਰਨਾ, ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ, ਇਸ ਗੱਲਾਂ ਦੇ ਵਿੱਚ ਮੈਂ ਜਾਣਾ ਹੀ ਨਹੀਂ ਚਾਹੁੰਦਾ। ਮੈਂ ਉਸ ਬੀਤੇ ਹੋਏ ਪਲਾਂ ਨੂੰ ਮੈਂ ਇੱਕ ਸੋਹਣੇ ਆਪਣੇ ਸਮਝਦਾ ਕਿ ਸਮਾਂ ਬਿਤਾਇਆ ਹੋਇਆ ਜਿਹੜਾ ਜ਼ਿੰਦਗੀ 'ਚ ਇੱਕ ਪਰਿਵਾਰਕ ਸੀ, ਉਹ ਵੀ ਹਰ ਬੰਦਾ ਇੱਕ ਪਰਿਵਾਰਕ ਤੌਰ ਤੇ ਕੰਮ ਕਰਦਾ, ਮੈਂ ਉਸ ਚੀਜ਼ ਨੂੰ ਆਪਣੇ ਅੰਦਰ ਸੰਜੋ ਕੇ ਰੱਖਣਾ ਚਾਹੁੰਦਾ। ਮੈਂ ਖੱਟੀਆਂ ਮਿੱਠੀਆਂ ਯਾਦਾਂ ਨੂੰ ਨਾਲ ਲੈ ਕੇ ਗਿਆ ਔਰ ਮੈਂ ਉਹਨਾਂ ਯਾਦਾਂ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਪੰਜਾਬ ਦੇ ਲੋਕਾਂ ਦੀ, ਆਪਣੇ ਗਰੀਬ ਲੋਕਾਂ ਦੇ ਲਈ ਔਰ ਖਾਸ ਕਰਕੇ ਆਪਣੇ ਮੈਂ ਸਮਾਜ, ਆਪਣੇ ਦਲਿਤ ਭਾਈਚਾਰੇ ਜਿੱਥੋਂ ਉੱਠ ਕੇ ਆਇਆ, ਮੈਂ ਜਿਨ੍ਹਾਂ ਦੀ ਨੁਮਾਇੰਦਗੀ ਕਰਦੇ ਹਾਂ ਅਸੀਂ, ਉਹਨਾਂ ਦੇ ਲਈ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਂ ਉਹਨਾਂ ਚੀਜ਼ਾਂ ਵੱਲ ਜਾਣਾ ਹੀ ਨਹੀਂ ਚਾਹੁੰਦਾ। ਮੇਰੀ ਸੋਚ ਇਹ ਹੈ ਕਿ ਪੋਜ਼ਿਟਿਵ ਗੱਲ ਕਰਨੀ ਹੈ, ਪੋਜ਼ਿਟਿਵ ਅਪਰੋਚ ਰੱਖਣੀ ਹੈ, ਚੰਗੀ ਸੋਚ ਰੱਖਣੀ ਹੈ। ਜੋ ਪਹਿਲਾਂ ਹੋ ਗਿਆ ਉਹ ਵੀ ਵਧੀਆ ਹੋ ਗਿਆ, ਜਿੰਨਾ ਕੁ ਹੋਇਆ ਵਧੀਆ ਲੰਘ ਗਿਆ, ਤੇ ਆਉਣ ਵਾਲਾ ਸਮਾਂ ਵੀ ਵਧੀਆ ਲੰਘਾਂਗੇ ਤੇ ਪੰਜਾਬ ਦੀ ਸੇਵਾ ਕਰਾਂਗੇ। ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਵਧੀਆ ਸਮਾਂ ਲੈ ਕੇ ਆਵਾਂਗੇ। ਅਟਵਾਲ ਸਾਹਿਬ, ਲਾਜ਼ਮੀ ਤੌਰ ਤੇ ਲੋਕ ਵੀ ਇਹੀ ਚਾਹੁੰਦੇ ਨੇ ਕਿ ਜਦੋਂ ਕੋਈ ਪੋਲੀਟੀਕਲ ਲੀਡਰ ਐਕਟਿਵ ਹੋ ਰਿਹਾ ਜਾਂ ਫਿਰ ਇਲੈਕਸ਼ਨ 'ਚ ਲੜ ਰਿਹਾ, ਜਿੱਤਦੇ ਹੋ ਤਾਂ ਲੋਕਾਂ ਦੇ ਭਲੇ ਵਾਸਤੇ ਕੰਮ ਹੋਵੇ, ਪਰ ਤੁਹਾਡੀ ਬੈਕਗ੍ਰਾਉਂਡ ਨੂੰ ਲੈ ਕੇ ਹਰ ਕੋਈ ਸਵਾਲ ਕਰਦਾ, ਕੋਈ ਵੀ ਪੋਲੀਟੀਕਲ ਲੀਡਰ ਹੋਵੇ, ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ। ਮੈਂ ਇੱਕ ਦੋ ਸਵਾਲ ਤੁਹਾਡੇ ਤੋਂ ਹੋਰ ਲੈਣੇ ਆ। ਇੱਕ ਤਾਂ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਦੇ ਵਿੱਚ ਲੀਡਰਸ਼ਿਪ ਨੂੰ ਲੈ ਕੇ ਤੁਸੀਂ ਸਵਾਲ ਚੁੱਕ ਰਹੇ ਹੋ,
ਤੁਸੀਂ ਦਬੀ ਜ਼ੁਬਾਨ ਦੇ ਵਿੱਚ ਕਹਿ ਰਹੇ ਹੋ ਕਿ ਤੁਹਾਨੂੰ ਇਗਨੋਰ ਕੀਤਾ ਗਿਆ, ਨਜ਼ਰਅੰਦਾਜ਼ ਕਰ ਦਿੱਤਾ ਗਿਆ, ਪਰ ਅਕਾਲੀ ਦਲ ਨੂੰ ਅਸੀਂ ਸੁਣਾਂਗੇ ਉਹਨਾਂ ਨੇ ਕਹਿਣਾ 2019 ਦੇ ਵਿੱਚ ਤਾਂ ਟਿਕਟ ਮਿਲੀ ਸੀ ਇਹਨਾਂ ਦੇ ਪਰਿਵਾਰ ਨੂੰ ਜਲੰਧਰ ਵਾਲੀ ਹੀ, ਤਾਂ ਕਿੱਥੋਂ ਇਗਨੋਰ ਹੋ ਗਏ? ਜੀ ਸਰਦਾਰ ਚਰਨਜੀਤ ਸਿੰਘ ਅਟਵਾਲ ਜੀ ਨੂੰ, ਸਰਦਾਰ ਚਰਨਜੀਤ ਸਿੰਘ ਅਟਵਾਲ ਜੀ ਤਾਂ ਅੱਜ ਵੀ ਅਕਾਲੀ ਦਲ ਸੀ। ਤੁਸੀਂ ਕਹਿ ਰਹੇ ਹੋ ਕਿ ਉਹ ਇੱਕ ਫੈਮਿਲੀ ਨੂੰ ਟਿਕਟ ਨਹੀਂ ਮਿਲੀ, ਇੱਕ ਇੰਡੀਵਿਜੂਅਲ ਨੂੰ ਟਿਕਟ ਮਿਲੀ ਹੈ, ਕਿ ਤੁਹਾਨੂੰ ਜਿਹੜਾ ਬਣਦਾ ਸਤਿਕਾਰ ਸੀ ਉਹ ਅਲੱਗ ਤੋਂ ਮਿਲਣਾ ਚਾਹੀਦਾ ਸੀ। ਮੈਂ ਇਹ ਸਵਾਲ ਨਹੀਂ ਕਰ ਰਿਹਾ, ਇਹ ਸਵਾਲ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਕਰੋ ਜਾਂ ਪੰਜਾਬ ਦੇ ਲੋਕਾਂ ਕੋਲੋਂ ਕਰੋ ਜਾਂ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਵਰਕਰਾਂ ਕੋਲੋਂ ਕਰੋ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਦੇ ਆ ਔਰ ਉਹ ਮਹਿਸੂਸ ਕਰਦੇ ਆ ਕਿ ਪਿਛਲੇ ਲੰਮੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਰਕਰਾਂ ਨੂੰ ਇਗਨੋਰ ਕੀਤਾ ਗਿਆ। ਮੈਂ ਉਹਦੇ ਤੇ ਰਿਮਾਰਕਸ ਦਿੰਦਾ ਚੰਗਾ ਨਹੀਂ ਲੱਗਦਾ। ਮੀਡੀਆ ਵਾਲੇ ਸਾਰੇ ਵੀਰ ਚੰਗੀ ਤਰ੍ਹਾਂ ਜਾਣਦੇ ਹੋ, ਪੰਜਾਬ ਦੇ ਲੋਕ ਜਾਣਦੇ ਆ, ਮੈਂ ਇਸ ਬਾਰੇ ਗੱਲ ਕਹਿੰਦਾ ਚੰਗਾ ਨਹੀਂ ਲੱਗਦਾ ਔਰ ਮੈਂ ਗੱਲ ਕਰਨੀ ਵੀ ਨਹੀਂ ਚਾਹੁੰਦਾ। ਮੈਂ ਮਾਫੀ ਚਾਹੁੰਦਾ, ਮੇਰਾ ਸੁਭਾਅ ਨਹੀਂ ਆ, ਮੈਂ ਇਸ ਵਿਸ਼ੇ ਤੇ ਗੱਲ ਬਹੁਤਾ ਨਹੀਂ ਕਰਨਾ ਚਾਹੁੰਦਾ। ਠੀਕ ਹੈ, ਮੈਂ ਇੱਕ ਹੋਰ ਸਵਾਲ, ਕਿਉਂਕਿ ਤੁਸੀਂ ਵੀ ਸੁਣ ਰਹੇ ਹੋਵੋਗੇ ਜਦੋਂ ਸਟੇਜ ਤੇ ਤੁਸੀਂ ਜੁਆਇਨ ਕੀਤਾ ਹੈ, ਤਾਂ ਹਰਦੀਪ ਪੁਰੀ ਹੋਰਾਂ ਨੇ ਕਿਹਾ, ਜੋ ਕੇਂਦਰੀ ਮੰਤਰੀ ਨੇ, ਕਿ ਅਕਾਲੀ ਦਲ ਨੇ ਜੋ ਕੀਤਾ ਹੁਣ ਤੱਕ ਅਸੀਂ ਭੁਗਤ ਰਹੇ ਹਾਂ। ਤੁਸੀਂ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਤੇ ਕੀ ਸਹਿਮਤ ਹੋ ਇਸ ਦੇ ਨਾਲ? ਮੈਨੂੰ ਉਹਦੇ ਬਾਰੇ ਹਾਲੇ ਇਲਮ ਨਹੀਂ ਹੈ, ਮੈਨੂੰ ਸਮਝ ਨਹੀਂ ਆਈ ਕਿ ਉਹ ਕਿਸ ਤਰੀਕੇ ਦੇ ਨਾਲ ਗੱਲ ਹੋਈ ਹੈ, ਉਹ ਕਿਸ ਰੈਫਰੈਂਸ 'ਚ ਗੱਲ ਹੋਈ ਹੈ ਔਰ ਕਿਸ ਉਹਨਾਂ ਨੇ ਕੰਟੈਕਸਟ ਗੱਲ ਕੋਰਿਲੇਟ ਕੀਤੀ ਹੈ, ਮੈਨੂੰ ਹਾਲੇ ਪਤਾ ਨਹੀਂ ਹੈ। ਮੈਨੂੰ ਜਦੋਂ ਕਿਤੇ ਪਤਾ ਲੱਗੇਗਾ ਮੈਂ ਜ਼ਰੂਰ ਆਪਣਾ ਬਿਆਨ ਉਹਦੇ। ਠੀਕ ਹੈ, ਤੁਹਾਡੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਹੋਰਾਂ ਨਾਲ ਮੁਲਾਕਾਤ ਹੋਈ, ਤਸਵੀਰ ਅਸੀਂ ਆਪਣੀ ਸਕਰੀਨ ਤੇ ਵੀ ਦਿਖਾ ਰਹੇ ਹਾਂ। ਕੀ ਗੱਲਬਾਤ ਹੋਈ ਹੈ ਸਰ? ਉਥੋਂ ਟਿਕਟ ਦਾ ਭਰੋਸਾ ਮਿਲ ਗਿਆ ਜਾਂ ਉਹਨਾਂ ਨੇ ਕਹਿਤਾ ਥਾਪੜਾ ਦਿੱਤਾ ਕਿ ਜਾ ਕੇ ਡਟੋ ਜਲੰਧਰ ਦੀ ਇਲੈਕਸ਼ਨ ਦੇ ਵਿੱਚ? ਗੌਰਵ ਜੀ, ਮੈਂ ਉੱਥੇ ਅੱਜ ਜਦੋਂ ਸ਼ਾਮਲ ਹੋਇਆ, ਮੈਨੂੰ ਉੱਥੇ ਹੁਕਮ ਕੀਤਾ, ਜਦੋਂ ਦੱਸਿਆ ਕਿ ਜੀ ਵਿਜੇ ਰੂਪਾਨੀ ਜੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਗੁਜਰਾਤ ਦੇ, ਪੰਜਾਬ ਦੇ, ਹੁਕਮ ਹੋਇਆ ਕਿ ਬੀਜੇਪੀ ਦੇ ਪ੍ਰਧਾਨ ਸਾਹਿਬ ਜਿਹੜੇ ਅਸ਼ਵਨੀ ਸ਼ਰਮਾ ਜੀ ਸਾਡੇ ਪੰਜਾਬ ਦੇ, ਵੀ ਜੀ ਆਪਾਂ ਚੱਲਣਾ ਉੱਥੇ, ਕਿਉਂਕਿ ਮਾਨਯੋਗ ਅਮਿਤ ਸ਼ਾਹ ਜੀ ਤੇ ਜੇਪੀ ਨੱਡਾ ਜੀ ਉਹ ਤੁਹਾਨੂੰ ਜਵਾਬ ਦੇਣਾ ਚਾਹੁੰਦੇ ਆ। ਤਾਂ ਮੈਂ ਸਮਝਦਾ ਕਿ ਬੜੇ ਇੱਕ ਛੋਟੇ ਸਧਾਰਨ ਪਰਿਵਾਰ ਤੋਂ ਉੱਠ ਕੇ ਗਏ ਅਸੀਂ, ਵਰਕਰ ਅਸੀਂ, ਔਰ ਮੈਂ ਆਪਣੇ ਨੂੰ ਬਹੁਤ ਛੋਟਾ ਸਮਝਦਾ। ਮੇਰੀ ਤਾਂ ਉਨੀ ਹੈਸੀਅਤ ਨਹੀਂ ਹੈ, ਮੇਰੀ ਉਨੀ ਔਕਾਤ ਵੀ ਨਹੀਂ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਵੱਲੋਂ ਤੇ ਇੰਨੀ ਵੱਡੀ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਜੀ ਨੇ ਸਾਨੂੰ ਪਿਆਰ ਨਾਲ, ਸਤਿਕਾਰ ਨਾਲ ਆਪਣੇ ਘਰ ਸਾਨੂੰ ਮਾਣ ਸਤਿਕਾਰ ਦਿੱਤਾ, ਚਾਹ ਪਿਆਈ ਔਰ ਸਾਨੂੰ ਸਰੋਪਾ ਦਿੱਤਾ, ਲੇਕਿਨ ਕੋਈ ਗੱਲਬਾਤ, ਕੋਈ ਕਿਸੇ ਤਰ੍ਹਾਂ ਦਾ ਸਾਡੀ ਕੋਈ ਡਿਸਕਸ਼ਨ ਨਹੀਂ ਹੋਈ। ਉੱਥੇ ਸਿਰਫ ਉਹਨਾਂ ਨੇ ਸਾਨੂੰ ਆਸ਼ੀਰਵਾਦ ਦਿੱਤਾ ਤੇ ਥਾਪੜਾ ਦੇ ਕੇ ਤੋਰਿਆ। ਬਾਕੀ ਮੈਂ ਹਾਲੇ ਕਿਸੇ ਕਿਸਮ ਦੀ ਨਾ ਮੇਰੇ ਨਾਲ ਕੋਈ ਡਿਸਕਸ਼ਨ ਹੋਈ ਹੈ ਤੇ ਨਾ ਹੀ ਮੈਂ ਕੀਤੀ ਹੈ। ਚਲੋ, ਮੇਰਾ ਆਖਰੀ ਸਵਾਲ ਸਰ, ਜਲੰਧਰ ਇਲੈਕਸ਼ਨ ਨੂੰ ਲੈ ਕੇ ਟਿਕਟ ਅਨਾਉਂਸ ਨਹੀਂ ਹੋਈ, ਤੁਸੀਂ ਅਜੇ ਕਹਿ ਰਹੇ ਹੋ ਕਿ ਟਿਕਟ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ, ਪਰ ਆਲਮੋਸਟ ਕਲੀਅਰ ਹੈ ਕਿ ਉਹ ਤੁਹਾਡੇ ਕੋਲ ਟਿਕਟ ਆਏਗੀ। ਮੇਰਾ ਸਵਾਲ ਹੈ ਕਿ ਤੁਸੀਂ ਜਿੱਤ ਦਾ ਦਾਅਵਾ ਵੀ ਕਰੋਗੇ ਕਿ ਬੀਜੇਪੀ ਜਲੰਧਰ ਵਾਲੀ ਜ਼ਿਮਨੀ ਚੋਣ ਜਿੱਤੇਗੀ। ਲੋਕ ਜਾਣਨਾ ਚਾਹੁੰਦੇ ਨੇ ਕਿ 2-3 ਪੁਆਇੰਟ ਦੱਸ ਦਿਓ ਕਿ ਜਿਹਦੀ ਵਜ੍ਹਾ ਨਾਲ ਤੁਹਾਨੂੰ ਲੱਗਦਾ ਕਿ ਜਲੰਧਰ ਤੁਹਾਡੀ ਜਿੱਤ ਹੋ ਸਕਦੀ ਹੈ, ਬੀਜੇਪੀ ਇਹ ਸੀਟ ਕੱਢ ਸਕਦੀ ਹੈ। ਕਿਸਾਨ ਅੰਦੋਲਨ, ਬਹੁਤ ਸਾਰੀਆਂ ਚੀਜ਼ਾਂ ਪੰਜਾਬ ਦੇ ਵਿੱਚ ਬੀਜੇਪੀ ਨੂੰ ਪਿਛਲੇ ਕੁਝ ਸਮੇਂ ਦੇ ਵਿੱਚ ਖਾਸ ਤੌਰ ਤੇ ਬੀਜੇਪੀ ਦੇ ਲੀਡਰਾਂ ਨੂੰ ਚੱਲਣੀਆਂ ਪਈਆਂ ਜਿਹੜੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ, ਤੇ ਸਭ ਦੇ ਵਿਚਾਲੇ ਜਲੰਧਰ ਵਾਲੀ ਇਲੈਕਸ਼ਨ। ਦੁਆਬੇ ਦੀ ਜਿਹੜੀ ਧਰਤੀ ਹੈ ਨਾ, ਉਹ ਗਦਰੀ ਬਾਬਿਆਂ ਦੀ ਧਰਤੀ ਹੈ ਔਰ ਦੁਆਬੇ ਦੇ ਲੋਕ ਬੜੇ ਸਮਝਦਾਰ ਤੇ ਬੜੇ ਸਿਆਣੇ ਲੋਕ ਨੇ। ਪੰਜਾਬ ਦੇ ਸਾਰੇ ਲੋਕ ਹੀ ਮੈਂ ਸਮਝਦਾ ਬੜੇ ਸਮਝਦਾਰ ਨੇ ਔਰ ਆਪਣੀ ਕਿਸਮਤ ਦਾ, ਆਪਣੀ ਸੋਚ ਦਾ ਹਮੇਸ਼ਾ ਉਸੇ ਹੀ ਫੈਸਲਾ ਦਿੰਦੇ ਆ ਜੀ। ਭਾਰਤੀ ਜਨਤਾ ਪਾਰਟੀ ਵੱਲੋਂ ਜੋ ਦੇਸ਼ ਦੀ ਸੇਵਾ ਕੀਤੀ ਜਾ ਰਹੀ ਹੈ ਔਰ ਪੰਜਾਬੀਅਤ ਦੀ ਜੋ ਸੇਵਾ ਕੀਤੀ ਜਾ ਰਹੀ ਹੈ, ਸਭ ਤੋਂ ਵੱਡੇ ਜਿਹੜੇ ਸਿੱਖਾਂ ਦੇ ਮਸਲੇ ਜਿਹੜੇ ਆ, ਮੈਂ ਸਮਝਦਾ ਕਿ ਮੈਂ ਪਹਿਲਾਂ ਵੀ ਗੱਲ ਕਰਦਾ ਹੁੰਦਾ ਸੀ, ਡਿਬੇਟ 'ਚ ਮੈਂ ਜਾਂਦਾ ਹੁੰਦਾ ਸੀਗਾ ਕਿ ਕਰਤਾਰਪੁਰ ਕੋਰੀਡੋਰ ਦੀ ਜਿਹੜੀ ਲਾਂਘਾ ਜਦੋਂ ਖੁੱਲਿਆ ਕਰਤਾਰਪੁਰ ਸਾਹਿਬ ਦਾ, ਮੈਨੂੰ ਯਾਦ ਹੈ ਅਸੀਂ ਅਰਦਾਸਾਂ ਕਰਦੇ ਹੁੰਦੇ ਸੀ, ਲੋਕ ਸੋਚਦੇ ਹੁੰਦੇ ਸੀ ਕਦੇ ਜ਼ਿੰਦਗੀ 'ਚ ਕਦੇ ਸੁਪਨੇ ਪੂਰੇ ਹੋਣਗੇ, ਕਦੇ ਕਿ ਨਹੀਂ ਹੋਣਗੇ, ਕੋਈ ਕਰਾਮਾਤੀ ਹੋਏਗੀ ਕਿ ਨਹੀਂ ਹੋਏਗੀ। ਲੇਕਿਨ ਇੱਕ ਸ਼ੁਰੂਆਤ ਐਸੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਕੀਤੀ ਕਿ ਕਰਤਾਰਪੁਰ ਲਾਂਘਾ ਦਿਨਾਂ ਦੇ ਵਿੱਚ ਜਦੋਂ ਬਣਾ ਕੇ ਦਿੱਤਾ, ਮੈਨੂੰ ਨਹੀਂ ਲੱਗਦਾ ਕਿ ਇਹ ਇਤਿਹਾਸਿਕ ਪਲ ਜਿਹੜੇ ਆ ਪੰਜਾਬ ਜਾਂ ਪੰਜਾਬ ਦੇ ਲੋਕ ਕਦੇ ਭੁੱਲ ਸਕਣਗੇ ਜਾਂ ਕਦੇ ਕੋਈ ਇਸ ਗੱਲ ਨੂੰ ਅੱਖੋਂ ਅਣਗੌਲਿਆ ਕਰ ਸਕਣਗੇ। ਨਹੀਂ, ਪਰ ਅਟਵਾਲ ਸਾਹਿਬ ਉਹ ਮਤਲਬ 2019 ਦੇ ਵਿੱਚ ਹੋਇਆ, ਉਸ ਤੋਂ ਬਾਅਦ ਇਲੈਕਸ਼ਨ ਹੋ ਚੁੱਕੇ ਨੇ 2022 ਵਾਲੇ ਵੀ। ਤੁਹਾਨੂੰ ਲੱਗਦਾ ਕਿ ਉਹ ਜੋ ਕਰਤਾਰਪੁਰ ਸਾਹਿਬ ਦਾ ਲਾਂਘਾ ਜਾਂ ਹੋਰ ਜਿਹੜੀਆਂ ਤੁਸੀਂ ਗੱਲਾਂ ਕਹਿ ਰਹੇ ਹੋ, ਉਸ ਦਾ ਹੁਣ ਜਾ ਕੇ ਅਸਰ ਜਲੰਧਰ ਵਾਲੀ ਇਲੈਕਸ਼ਨ ਦੇ ਵਿੱਚ ਪਏਗਾ? ਜਲੰਧਰ ਵਾਲੀ ਪਾਰਲੀਮੈਂਟ ਦੀ ਚੋਣ ਹੈ, ਉਹ ਵਿਧਾਨ ਸਭਾ ਦੀ ਚੋਣ ਨਹੀਂ ਹੈ। ਪਾਰਲੀਮੈਂਟ ਦਾ ਜਿਹੜਾ ਮੈਂਬਰ ਚੁਣ ਕੇ ਜਾਣਾ, ਉਹਨੇ ਦੇਸ਼ ਦੀ ਪੰਚਾਇਤ ਦੇ ਵਿੱਚ ਜਾਣਾ, ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਕੰਮ ਕਰਨਾ, ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਹਮੇਸ਼ਾ ਉਹਦਾ ਰਾਬਤਾ ਰਹਿੰਦਾ ਹੈ। ਸੋ ਮੈਂ ਸਮਝਦਾ ਕਿ ਸਾਨੂੰ ਵੀ ਇਹ ਚੰਗੀ ਤਰ੍ਹਾਂ ਸੋਚਣਾ ਚਾਹੀਦਾ ਹੈ
ਕਿ ਜਿਹੜੀ ਦੇਸ਼ ਦੀ ਸਰਕਾਰ ਹੈ, ਦੇਸ਼ ਦਾ ਪ੍ਰਧਾਨ ਮੰਤਰੀ ਹੈ, ਜੇ ਕੋਈ ਚੰਗਾ ਕੰਮ ਕਰ ਰਿਹਾ ਜੀ ਔਰ ਚੰਗੀ ਸੋਚ ਲੈ ਕੇ ਕੰਮ ਕਰ ਰਿਹਾ ਤਾਂ ਸਾਨੂੰ ਮੈਂਬਰ ਪਾਰਲੀਮੈਂਟ ਵੀ ਸਾਨੂੰ ਉਸੇ ਪਾਰਟੀ ਦਾ ਬਣਾ ਕੇ ਭੇਜਣਾ ਚਾਹੀਦਾ ਜਿਹਦੀ ਸਰਕਾਰ ਵੀ ਹੋਵੇ ਔਰ ਪ੍ਰਧਾਨ ਮੰਤਰੀ ਵੀ ਚੰਗਾ ਹੋਵੇ। ਜਿਹੜਾ ਵੀ ਉਮੀਦਵਾਰ ਆਵੇ ਉਹਨੂੰ ਸਾਨੂੰ ਜਿਤਾ ਕੇ ਭੇਜਣਾ ਚਾਹੀਦਾ ਹੈ। ਚਲੋ ਮੈਂ ਆਖਰੀ ਸਵਾਲ ਗਿਆ ਸੀ, ਪਰ ਮੈਂ ਇੱਕ ਹੋਰ ਜਾਂਦੇ ਜਾਂਦੇ ਤੁਹਾਡੇ ਤੋਂ ਸਵਾਲ ਜਾਣਨਾ ਚਾਹੁੰਦਾ। ਅਕਾਲੀ ਦਲ ਦੀ ਟਾਪ ਲੀਡਰਸ਼ਿਪ ਨੂੰ ਤੁਸੀਂ ਕੁਝ ਕਹਿਣਾ ਚਾਹੋਗੇ ਨਿਊਜ਼ 18 ਦੇ ਇਸ ਮੰਚ ਤੋਂ? ਮੈਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਮੈਂ ਤੁਹਾਡਾ ਬੱਚਾ, ਮੈਂ ਤੁਹਾਡਾ ਭਰਾ ਆ, ਤੁਹਾਡੇ ਵਿੱਚੋਂ ਗਿਆ, ਤੇ ਜੇ ਮੈਂ ਚੰਗੀ ਸੋਚ ਨਾਲ ਕੋਈ ਕੰਮ ਕੀਤਾ ਜ਼ਿੰਦਗੀ ਦੇ ਵਿੱਚ ਜਾਂ ਸਾਡੇ ਪਰਿਵਾਰ ਨੇ ਕੋਈ ਸੇਵਾ ਕੀਤੀ ਹੈ, ਮੈਂ ਤਾਂ ਕਹੂੰਗਾ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਫਰਾਖ ਦਿਲੀ ਨਾਲ ਵੱਡਾ ਫੈਸਲਾ ਕਰੇ ਕਿ ਇਸ ਪਰਿਵਾਰ ਨੇ ਪੰਜਾਬ ਦੀ ਸੇਵਾ ਕੀਤੀ ਹੈ, ਇਸ ਬੱਚੇ ਨੇ ਸਾਡੀ ਹਮੇਸ਼ਾ ਜ਼ਿੰਦਗੀ ਦੇ ਵਿੱਚ ਜਿੰਨੀ ਦੇਰ ਬਤੌਰ ਵਰਕਰ ਮੈਂ ਕੰਮ ਕੀਤਾ, ਮੈਂ ਤਾਂ ਚਾਹੂੰਗਾ ਕਿ ਮੈਨੂੰ ਸਾਰੀ ਲੀਡਰਸ਼ਿਪ ਆਸ਼ੀਰਵਾਦ ਦੇਵੇ, ਮੈਨੂੰ ਪਿਆਰ ਦੇਵੇ, ਮੈਨੂੰ ਕੋਈ ਹਿਚਕਿਚਾਹਟ ਨਹੀਂ। ਮੈਂ ਤਾਂ ਕਹੂੰਗਾ ਕਿ ਮੈਨੂੰ ਸਾਰਾ ਪੰਜਾਬ ਜੇ ਪਰ ਜੇ ਸਰ ਅਟਵਾਲ ਸਾਹਿਬ ਨੂੰ ਟਿਕਟ ਦੇ ਦਿੱਤੀ ਗਈ ਜਲੰਧਰ ਤੋਂ ਤੁਹਾਡੇ ਖਿਲਾਫ, ਜੇ ਅਕਾਲੀ ਦਲ ਨੇ ਅਟਵਾਲ ਸਾਹਿਬ ਨੂੰ ਦੁਬਾਰਾ ਟਿਕਟ ਦੇ ਦਿੱਤੀ ਫਿਰ? ਬਿਲਕੁਲ ਜੀ ਦੇਣੀ ਚਾਹੀਦੀ ਹੈ ਉਹਨਾਂ ਨੂੰ, ਚੋਣ ਦਿੱਤੀ ਅੱਜ ਬੇਟੇ ਵਾਲਾ ਪੂਰਾ ਉੱਥੇ ਮੁਕਾਬਲਾ ਹੋ ਜਾਏਗਾ, ਫਿਰ ਤੁਹਾਡੀ ਵੋਟ ਵੰਡੀ ਵੀ ਜਾ ਸਕਦੀ ਹੈ ਜੋ ਅਟਵਾਲ ਫੈਮਿਲੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ। ਗੌਰਵ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਅਟਵਾਲ ਸਾਹਿਬ ਨੂੰ ਅੱਜ ਤੱਕ ਉਹਨਾਂ ਨੇ ਕਿਸੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਪੁੱਛਿਆ ਹੀ ਨਹੀਂ, ਗੱਲ ਹੀ ਨਹੀਂ ਕੀਤੀ ਉਹਨਾਂ ਨੇ। ਸਮੀਕਰਨ ਬਦਲ ਗਏ ਨਾ ਸਰ ਤੁਹਾਡੇ ਬੀਜੇਪੀ 'ਚ ਜਾਣ ਤੋਂ ਬਾਅਦ? ਤੇ ਕੋਈ ਗੱਲ ਨਹੀਂ ਜੀ, ਫੇਰ ਕੀ ਹੋ ਗਿਆ ਜੀ, ਇਹਦੇ 'ਚ ਕਿਹੜੀ ਗੱਲ ਹੈ? ਸ਼੍ਰੋਮਣੀ ਅਕਾਲੀ ਦਲ ਇੱਕ ਫੇਰ ਕੀ ਗੱਲ ਹੈ, ਉਹ ਵੀ ਇੱਕ ਸ਼੍ਰੋਮਣੀ ਅਕਾਲੀ ਦਲ ਚੰਗੀ ਪਾਰਟੀ ਹੈ, ਭਾਰਤੀ ਜਨਤਾ ਪਾਰਟੀ ਵੀ ਚੰਗੀ ਪਾਰਟੀ ਹੈ, ਕੋਈ ਗੱਲ ਨਹੀਂ। ਜੇ ਕੋਈ ਜਿਹੜਾ ਵੀ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਆਏਗਾ ਤੇ ਜੇ ਅਟਵਾਲ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਟਿਕਟ ਦਿੰਦੀ ਹੈ ਤਾਂ ਚੰਗੀ ਗੱਲ ਹੈ, ਲੜਨਾ ਚਾਹੀਦਾ ਜੀ ਉਹਨਾਂ ਨੂੰ। ਅਕਾਲੀ ਦਲ ਨੂੰ ਲੈ ਕੇ ਤੁਸੀਂ ਸੌਫਟ ਹੋ ਥੋੜੇ ਜਿਹੇ? ਮੈਂ ਅਕਾਲੀ ਦਲ ਨੂੰ ਲੈ ਕੇ ਸੌਫਟ ਨਹੀਂ ਹਾਂ ਜੀ, ਮੈਂ ਅਕਾਲੀ ਦਲ ਦੇ ਵਰਕਰਾਂ ਨੂੰ, ਅਕਾਲੀ ਦਲ ਦੀ ਪੁਰਾਣੀ ਸੋਚ ਨੂੰ ਲੈ ਕੇ ਸੌਫਟ ਔਰ ਹਮੇਸ਼ਾ ਰਹੂੰਗਾ। ਮੈਂ ਤਾਂ ਹੀ ਲੀਡਰਸ਼ਿਪ ਨੂੰ ਪੁੱਛ ਰਿਹਾ ਸੀ ਕਿ ਵਰਕਰ ਤਾਂ ਚਲੋ ਤੁਹਾਡੇ ਨਾਲ ਸੀ ਹੁਣ ਤੱਕ, ਮੈਂ ਲੀਡਰਸ਼ਿਪ ਨੂੰ ਲੈ ਕੇ ਤਾਂ ਹੀ ਸਵਾਲ ਪੁੱਛ ਰਿਹਾ ਸੀ ਕਿ ਲੀਡਰਸ਼ਿਪ ਨੂੰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਤੁਸੀਂ ਵੱਡੇ ਬਾਦਲ ਸਾਹਿਬ ਦਾ ਜ਼ਿਕਰ ਕਰ ਦਿੱਤਾ, ਮੈਂ ਡਾਕਟਰ ਚੀਮਾ ਦਾ ਨਾਮ ਲਿਆ ਸੀ, ਤੁਸੀਂ ਉਹਨਾਂ ਨੂੰ ਲੈ ਕੇ ਬੜਾ ਸਤਿਕਾਰ ਜਤਾਇਆ, ਬਟ ਸਟਿਲ ਟਾਪ ਲੀਡਰਸ਼ਿਪ ਨੂੰ ਲੈ ਕੇ ਤੁਸੀਂ ਸੌਫਟ ਨਜ਼ਰ ਆ ਰਹੇ ਹੋ। ਮੈਂ ਅਕਾਲੀ ਦਲ ਦੇ ਵਿੱਚ ਬਤੌਰ ਵਰਕਰ ਤੇ ਕੰਮ ਕੀਤਾ ਜੀ, ਔਰ ਅੱਜ ਵੀ ਮੈਂ ਸਮਝਦਾ ਮੇਰੀ ਉਨੀ ਹੈਸੀਅਤ ਨਹੀਂ ਹੈ, ਮੇਰੀ ਕੋਈ ਇੰਨੀ ਔਕਾਤ ਨਹੀਂ ਆ। ਮੈਂ ਹਮੇਸ਼ਾ ਹੀ ਸੌਫਟ ਰਿਹਾ ਤੇ ਸੌਫਟ ਹੀ ਰਹੂੰਗਾ। ਮੇਰੀ ਕੁੜੱਤਣ ਵਾਲੀ ਰਾਜਧਾਨੀ ਕਦੇ ਵੀ, ਮੇਰੀ ਰਾਜਨੀਤੀ ਕਦੇ ਵੀ ਨਹੀਂ ਰਹੀ। ਮੈਂ ਇੱਕ ਛੋਟਾ ਜਿਹਾ ਵਰਕਰ ਹੈ। ਜੇ ਇਹ ਸਵਾਲ ਪੁੱਛਣਾ ਤੁਸੀਂ ਭਾਰਤੀ ਜਨਤਾ ਪਾਰਟੀ ਜਿਹੜੀ ਵੱਡੀ ਲੀਡਰਸ਼ਿਪ ਹੈ, ਤੁਸੀਂ ਉਹਨਾਂ ਨੂੰ ਪੁੱਛੋ, ਜੇ ਉਹਨਾਂ ਨੂੰ ਲੈ ਕੇ ਗੱਲ ਕਰੋ। ਮੈਂ ਤਾਂ ਇੱਕ ਵਰਕਰ ਹਾਂ ਛੋਟਾ ਜਿਹਾ, ਮੈਨੂੰ ਤਾਂ ਛੋਟੇ ਮੋਟੇ ਗੌਰਵ ਜੀ ਸਵਾਲ ਕਰ ਲਓ, ਆਪਾਂ ਤਾਂ ਸੇਵਾ ਕਰਨੀ ਹੈ ਪੰਜਾਬ ਦੀ, ਜਿੱਦਾਂ ਪਾਰਟੀ ਹੁਕਮ ਕਰੇ ਜਿੱਦਾਂ ਕਰਾਂਗੇ ਜੀ ਆਪਾਂ। ਇੰਨੇ ਵੀ ਛੋਟੇ ਨਹੀਂ ਸਰ, ਤੁਸੀਂ ਜਲੰਧਰ ਦੇ ਬਾਈ ਇਲੈਕਸ਼ਨ ਦੇ ਕੈਂਡੀਡੇਟ ਬਣਨ ਜਾ ਰਹੇ ਹੋ, ਆਲਮੋਸਟ ਕਲੀਅਰ ਹੈ। ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਇੰਦਰ ਇਕਬਾਲ ਸਿੰਘ ਅਟਵਾਲ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਤੇ ਬਹੁਤ ਸਾਰੇ ਸਵਾਲ, ਕਿਉਂਕਿ ਹਜੇ ਟਿਕਟ ਦੀ ਅਨਾਉਂਸਮੈਂਟ ਨਹੀਂ ਹੋਈ ਹੈ, ਪਰ ਜੋ ਕਿਹਾ ਜਾ ਰਿਹਾ, ਜੋ ਅਸੀਂ ਜ਼ਿਕਰ ਵੀ ਕਰ ਰਹੇ ਹਾਂ ਕਿ ਆਲਮੋਸਟ ਕਲੀਅਰ ਹੈ ਕਿ ਬੀਜੇਪੀ ਦੇ ਵੱਲੋਂ ਉਹਨਾਂ ਨੂੰ ਹੀ ਟਿਕਟ ਦਿੱਤੀ ਜਾਏਗੀ। ਪਰ ਐਕਚੁਅਲੀ ਜਦੋਂ ਤੱਕ ਅਫੀਸ਼ੀਅਲ ਤੌਰ ਦੇ ਉੱਤੇ ਮੋਹਰ ਨਹੀਂ ਲੱਗ ਜਾਂਦੀ, ਉਸ ਸਮੇਂ ਤੱਕ ਇੱਕ ਕੁਐਸਚਨ ਮਾਰਕ ਲਾਜ਼ਮੀ ਤੌਰ ਤੇ ਰਹਿੰਦਾ ਹੈ। ਪਰ ਜੋ ਸਮੀਕਰਨ ਇਸ ਸਮੇਂ ਬਣੇ ਨੇ ਤਾਂ ਉਸ ਨੂੰ ਲੈ ਕੇ ਇੱਕ ਚੀਜ਼ ਬਹੁਤ ਕਲੀਅਰ ਨਜ਼ਰ ਆ ਰਹੀ ਹੈ ਕਿ ਲਗਭਗ ਟਿਕਟ ਕਲੀਅਰ ਹੈ, ਔਰ ਜਲੰਧਰ ਦੀ ਇਸ ਜੰਗ ਦੇ ਵਿੱਚ ਬੀਜੇਪੀ ਦੇ ਵੱਲੋਂ ਅਟਵਾਲ ਫੈਮਿਲੀ ਦੇ ਇੱਕ ਕੈਂਡੀਡੇਟ ਹੀ ਬੀਜੇਪੀ ਨੂੰ ਰਿਪਰੈਜ਼ੈਂਟ ਕਰ ਸਕਦੇ ਨੇ। ਪੁਆਇੰਟ ਨੰਬਰ 2 ਇਹ ਵੀ ਹੈ ਜੋ ਮੈਂ ਜ਼ਿਕਰ ਕੀਤਾ ਕਿ ਸਮੀਕਰਨ ਸਿਆਸਤ ਦੇ ਵਿੱਚ ਕਦੋਂ ਬਦਲ ਜਾਣ ਕੁਝ ਨਹੀਂ ਪਤਾ। ਕਿ ਅਕਾਲੀ ਦਲ ਜੋ ਇੰਦਰ ਇਕਬਾਲ ਸਿੰਘ ਅਟਵਾਲ ਜੀ ਜ਼ਿਕਰ ਕਰ ਗਏ ਕਿ ਉਹ ਵੱਡੇ ਅਟਵਾਲ ਸਾਹਿਬ ਨੂੰ ਜੋ ਪਹਿਲਾਂ 2019 ਦੇ ਵਿੱਚ ਇਲੈਕਸ਼ਨ ਅਕਾਲੀ ਦਲ ਬੀਜੇਪੀ ਦੇ ਕੈਂਡੀਡੇਟ ਦੇ ਤੌਰ ਦੇ ਉੱਤੇ ਲੜੇ ਸੀ, ਅਕਾਲੀ ਦਲ ਦੀ ਲੀਡਰਸ਼ਿਪ ਨੇ ਉਹਨਾਂ ਦੇ ਨਾਲ ਆ ਕੇ ਕੋਈ ਗੱਲਬਾਤ ਨਹੀਂ ਕੀਤੀ। ਅਟਵਾਲ ਚਰਨਜੀਤ ਸਿੰਘ ਅਟਵਾਲ ਫਿਲਹਾਲ ਵੀ ਇਸ ਸਮੇਂ ਅਕਾਲੀ ਦਲ ਦੇ ਵਿੱਚ ਨੇ, ਉਹਨਾਂ ਦੇ ਵੱਲੋਂ ਕੋਈ ਅਫੀਸ਼ੀਅਲ ਤੌਰ ਤੇ ਅਨਾਉਂਸਮੈਂਟ ਜਾਂ ਕੋਈ ਬਿਆਨ ਸਾਹਮਣੇ ਨਹੀਂ ਆਇਆ। ਤਾਂ ਕੀ ਅਕਾਲੀ ਦਲ ਦੀ ਲੀਡਰਸ਼ਿਪ ਚਰਨਜੀਤ ਸਿੰਘ ਅਟਵਾਲ ਨੂੰ ਇੱਕ ਵਾਰ ਦੁਬਾਰਾ ਅਪਰੋਚ ਕਰ ਸਕਦੀ ਹੈ ਜਾਂ ਕੋਈ ਨਵਾਂ ਆਗੂ ਇਸ ਚੋਣ ਦੇ ਵਿੱਚ ਉਤਾਰਿਆ ਜਾ ਸਕਦਾ ਹੈ? ਜਿਵੇਂ ਇੰਦਰ ਇਕਬਾਲ ਸਿੰਘ ਅਟਵਾਲ ਦਾਅਵਾ ਕਰ ਗਏ ਕਿ 2019 ਦੇ ਵਿੱਚ ਤਾਂ 8-10 ਹਜ਼ਾਰ ਵੋਟਾਂ ਦਾ ਹੀ ਫਰਕ ਸੀ, ਅਸੀਂ ਹਾਰ ਗਏ ਸੀ, ਤਾਂ ਕੀ ਉਹ ਜਿਹੜਾ ਵੋਟ ਬੈਂਕ ਸੀ ਉਸ ਨੂੰ ਆਧਾਰ ਬਣਾ ਕੇ ਬੀਜੇਪੀ ਚਲੇ ਗਏ ਜਾਂ ਫਿਰ ਉਸ ਵੋਟ ਬੈਂਕ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਕਾਲੀ ਦਲ ਦੇ ਵੱਲੋਂ ਟਿਕਟ ਦਿੱਤੀ ਜਾ ਸਕਦੀ ਹੈ? ਕਿ ਅਟਵਾਲ ਵਰਸਸ ਅਟਵਾਲ, ਪਿਤਾ ਵਰਸਸ ਬੇਟਾ ਵਰਗੀ ਸਥਿਤੀ ਨਜ਼ਰ ਆ ਸਕਦੀ ਹੈ ਜਲੰਧਰ ਦੀ ਬਾਈ ਇਲੈਕਸ਼ਨ ਦੇ ਵਿੱਚ? ਖੈਰ ਇੰਟਰਸਟਿੰਗ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਲੰਧਰ ਦੀ ਇਸ ਜ਼ਿਮਨੀ ਚੋਣ। ਇੱਕ ਪਾਸੇ ਕਰਮਜੀਤ ਕੌਰ ਨੂੰ ਟਿਕਟ ਕਾਂਗਰਸ ਨੇ ਦੇ ਦਿੱਤੀ ਹੈ, ਸੁਸ਼ੀਲ ਰਿੰਕੂ ਨੂੰ ਟਿਕਟ ਆਮ ਆਦਮੀ ਪਾਰਟੀ ਨੇ ਦੇ ਦਿੱਤੀ ਹੈ, ਅਕਾਲੀ ਦਲ ਤੇ ਬੀਜੇਪੀ ਨੇ ਆਪਣੇ ਪੱਤੇ ਅਜੇ ਖੋਲ੍ਹਣੇ ਨੇ ਕਿਸ ਨੂੰ ਜਾਂਦੀ ਹੈ ਟਿਕਟ। ਹਾਲਾਂਕਿ ਇੰਦਰ ਇਕਬਾਲ ਅਟਵਾਲ ਦੀ ਟਿਕਟ ਬੀਜੇਪੀ ਵੱਲੋਂ ਕਰੀਬ ਕਲੀਅਰ ਦੱਸੀ ਜਾ ਰਹੀ ਹੈ।